ਜਿਹੜੀ ਜ਼ਮੀਨੀ ਪੱਧਰ ਦੇ ਉੱਤੇ ਲੜਨ ਦੀ ਸਮਰੱਥਾ ਆ ਉਹ ਪੰਜਾਬ ਦੇ ਸਿੱਖਾਂ ਦੀ ਅੱਜ ਵੀ ਉਨੀ ਆ ਜਿੰਨੀ 18ਵੀਂ ਸਦੀ ਸੀ। ਉਹਦੇ ਵਿੱਚ ਉਹ ਕਿਸੇ ਵੀ ਹੋਰ ਤੋਂ ਮਾਰ ਨਹੀਂ ਖਾਂਦੇ। ਇਸ ਵਾਰ ਵੀ ਸਟੇਟ ਦੇ ਇੱਕ ਹਿੱਸੇ ਨੇ ਆਪਣੇ 'ਤੇ ਹਮਲਾ ਕਰਾਉਣ ਦੇ ਲਈ ਲੋਕਾਂ ਨੂੰ ਉਕਸਾਇਆ ਬਹੁਤ। ਟੀਵੀ ਦੇ ਰਾਹੀਂ ਪੇ ਜੀ ਤਿਰੰਗੇ ਝੰਡੇ ਦੀ ਮਤਲਬ ਬੇਅਦਬੀ ਹੋ ਗਈ ਜਾਂ ਹੋਰ ਇਹ ਗੱਲਾਂ ਕਹਿ ਕੇ, ਪਰ ਆਮ ਲੋਕਾਂ ਦੇ ਵਿੱਚੋਂ ਸਿੱਖਾਂ 'ਤੇ ਹਮਲਾ ਕਰਨ ਦੀ ਸਹਿਮਤੀ ਨਹੀਂ ਬਣੀ। ਇਹ ਸਾਡੇ ਲਈ ਇੱਕ ਬਹੁਤ ਪੋਜ਼ੀਟਿਵ ਗੱਲ ਹੈ। ਲੋਕ ਜਿਹੜੇ ਹੈਗੇ ਆ ਉਹ ਬਿਲਕੁਲ ਅਜੇ ਵੀ ਸਟਰਗਲ ਦੇ ਮੋਡ 'ਚ ਆ ਅਤੇ ਇਕਜੁੱਟ ਵਾ। ਮਤਭੇਦ ਆ ਜਿਹੜੇ ਸਮੱਸਿਆਵਾਂ ਨੇ ਉਹ ਉੱਪਰ ਲੈਵਲ ਲੀਡਰਸ਼ਿਪ 'ਚ ਹੀ ਨੇ। ਲੋਕ ਖੜ੍ਹੇ ਅੱਜ ਵੀ ਸਮਝਣਾ ਕਿ ਬੜੀ ਇਮੈਚਿਓਰਿਟੀ ਹੁੰਦੀ ਆ ਚੱਲਦੀ ਲੜਾਈ 'ਚ ਕਿਸੇ ਨੂੰ ਵੀ ਗਦਾਰ ਕਹਿਣਾ। ਇਹ ਤਾਂ ਬਹੁਤ ਮਤਲਬ ਬਚਕਾਨਾ ਹਰਕਤ ਹੈ। ਆਪ ਕਿਸੇ ਨੂੰ ਬਹੁਤੇ ਸਰਟੀਫਿਕੇਟ ਨਾ ਦਈਏ, ਆਪਣੇ ਆਪ ਬਾਰੇ ਸੋਚੀਏ ਵੀ ਸਾਡਾ ਯੋਗਦਾਨ ਕਿੰਨਾ, ਅਸੀਂ ਕਿਹੜੀ ਮਨਸ਼ਾ 'ਚੋਂ ਕਰ ਰਹੇ। ਉਹ ਦਰਗਾਹ 'ਚ ਜਾ ਕੇ ਪਤਾ ਲੱਗਣਾ। ਤਾਂ ਬੰਦੇ ਨਹੀਂ ਨਿੰਦਣੇ ਚਾਹੀਦੇ, ਕੋਈ ਵੀ ਨਹੀਂ ਕਿਸੇ ਨੂੰ ਨਿੰਦਣਾ ਚਾਹੀਦਾ। ਇਹ ਬਹੁਤ ਮਾੜੀ ਗੱਲ ਹੈ। ਇੱਥੇ ਬੈਠੇ ਜਿੰਨੀ ਵੀ ਤਰ੍ਹਾਂ ਦੇ ਲੀਡਰ ਹੈ ਉਹਨਾਂ ਦਾ ਜ਼ਿੰਮੇਵਾਰੀ ਬਣਦੀ ਸੀਗੀ ਕਿ ਉਹ ਸਾਰਿਆਂ 'ਚ ਕੋਈ ਤਾਲਮੇਲ ਜਥੇ ਬਣਾ ਦੇ। ਉਹ ਲੀਡਰਾਂ ਨੇ ਨਹੀਂ ਬਣਾਏ। ਲੀਡਰ ਹੁਣ ਤਾਂ ਬਿਲਕੁਲ ਨਹੀਂ ਉਸ ਸਥਿਤੀ 'ਚ ਰਹਿ ਗਏ, ਉਹਨਾਂ ਦੀ ਉਸ ਤਰ੍ਹਾਂ ਦੀ ਕ੍ਰੈਡੀਬਿਲਿਟੀ ਨਹੀਂ ਰਹਿ ਗਈ। ਲੋਕ ਇਸ ਗ੍ਰਿਫਤਾਰੀਆਂ ਤੋਂ ਨਹੀਂ ਡਰਨ ਲੱਗੇ। ਮੈਨੂੰ ਨਹੀਂ ਲੱਗਦਾ ਹੈ ਕਿ ਜੋ ਸਰਕਾਰ ਦੀ ਮਨਸ਼ਾ ਹੁੰਦੀ ਆ ਵੀ ਕੁਛ ਬੰਦਿਆਂ ਨੂੰ ਗ੍ਰਿਫਤਾਰ ਕਰੋ ਉਹਦੇ ਨਾਲ ਬਾਕੀ ਡਰ ਜਾਣਗੇ। ਮੇਰੇ ਖਿਆਲ 'ਚ ਸ਼ਾਇਦ ਕੋਈ ਡਰਿਆ ਨਹੀਂ ਹੈ, ਵੱਧ ਹੌਸਲੇ 'ਚ ਬੇਸ਼ੱਕ ਆਇਆ ਹੋਊਗਾ। ਸਰਖਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਰਜਿੰਦਰ ਸਿੰਘ ਢਿੱਲੋਂ ਤੁਹਾਡੇ ਰੂਬਰੂ ਹੁੰਨਾ ਵਾਂ। ਗੱਲ ਕਰਦੇ ਹਾਂ ਕਿਸਾਨੀ ਸੰਘਰਸ਼ ਦੀ। ਕਿਸਾਨੀ ਸੰਘਰਸ਼ ਦੇ ਵਿੱਚ 26 ਤਰੀਕ ਤੋਂ ਬਾਅਦ ਕਾਫੀ ਮੋੜ ਆਇਆ। ਜੇ ਗੱਲ ਕਰੀਏ ਇਸ ਸੰਘਰਸ਼ ਦੇ ਵਿੱਚ ਲਗਾਤਾਰ ਬੈਠੇ ਨੇ ਭਾਈ ਮਨਤੀਰ ਸਿੰਘ ਜੀ। ਗੱਲਬਾਤ ਕਰਾਂਗੇ ਭਾਈ ਮਨਤੀਰ ਸਿੰਘ ਜੀ ਦੇ ਨਾਲ। ਕੀ ਕਹਿਣਾ ਬਾਬਾ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਗੱਲ ਕਰੀਏ ਅੱਜ 26 ਜਨਵਰੀ ਤੋਂ ਬਾਅਦ ਕਾਫੀ ਇਸ ਸੰਘਰਸ਼ ਦੇ ਵਿੱਚ ਹਲਚਲ ਹੋਈ, ਮੋੜ ਆਇਆ, ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਸੰਘਰਸ਼ਾਂ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ, ਸੰਘਰਸ਼ਾਂ ਦਾ ਹਿੱਸਾ ਹੀ ਆ। ਪਰ ਇਹ ਸਾਰੇ ਕਾਸੇ ਦੇ ਬਾਵਜੂਦ ਵੀ ਜਿਹੜੀ ਮੈਂ ਗੱਲ ਸਮਝਦਾ ਕਿ ਅਜੇ ਵੀ ਜਿਹੜੇ ਲੋਕ ਨੇ ਜਿਹੜੇ ਅਸਲ ਵਿੱਚ ਕਿਸੇ ਵੀ ਸੰਘਰਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਆ, ਉਹ ਬੜੇ ਉਸਾਰੂ ਮਾਨਸਿਕਤਾ ਦੇ ਵਿੱਚ ਨੇ। ਅਜੇ ਵੀ ਉਹ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ ਅਜੇ ਵੀ ਉਨੇ ਹੀ ਤਤਪਰ ਨੇ ਜਿੰਨੇ ਪਹਿਲਾਂ ਸੀਗੇ। ਉਹ ਬਿਲਕੁਲ ਠੀਕ ਹੈ ਕਿ ਜਿਹੜੀਆਂ ਲੀਡਰਸ਼ਿਪ ਦੀਆਂ ਕੁਝ ਕਮਜ਼ੋਰੀਆਂ ਸੀਗੀਆਂ, ਸਾਰੀ ਤਰ੍ਹਾਂ ਦੀਆਂ ਲੀਡਰਸ਼ਿਪ ਦੀਆਂ, ਉਹਨਾਂ ਤੋਂ ਉਹ ਥੋੜ੍ਹੇ ਜਿਹੇ ਚਿੰਤਤ ਵੀ ਆ, ਥੋੜ੍ਹੇ ਜਿਹੇ ਨਾਰਾਜ਼ ਵੀ ਆ, ਨਿਰਾਸ਼ ਵੀ ਆ। ਪਰ ਫਿਰ ਵੀ ਇਨ ਜਨਰਲ ਮਤਲਬ ਆਮ ਜਿਹੜਾ ਲੋਕ ਹੈਗਾ ਉਹਦੀ ਇਹੀ ਗੱਲ ਹੈਗੀ ਆ ਕਿ ਆਪਾਂ ਕੁਛ ਪ੍ਰਾਪਤੀ ਤੋਂ ਬਿਨਾਂ ਮਤਲਬ ਇੱਥੋਂ ਜਾਂਦੇ ਜਿਹੜੇ ਚੰਗੇ ਨਹੀਂ ਲੱਗਦੇ। ਬਾਬਾ ਜੀ, ਇਹ ਗੱਲ ਕਰੀਏ ਤਾਂ 25 ਦੀ ਰਾਤ ਦੀ ਗੱਲ ਕਰੀਏ ਤਾਂ ਉਸ ਵਕਤ ਸਟੇਜ ਦੇ ਉੱਪਰੋਂ ਤੁਸੀਂ ਸੁਨੇਹਾ ਲੈ ਕੇ ਜਾਂਦੇ ਹੋ, ਇੱਕ ਡਾਕੀ ਦਾ ਕੰਮ ਕਰਦੇ ਹੋਗੇ ਉਸ ਸੰਘਰਸ਼ ਦੇ ਵਿੱਚ। ਉਸ ਸਟੇਜ ਤੋਂ ਇੱਕ ਸੁਨੇਹਾ ਲੈ ਕੇ ਜਾਂਦੇ ਹੋ, ਕੀ ਕਿਹਾ ਉਸ ਟਾਈਮ, ਕੀ ਬਣਿਆ ਕਿਸਾਨ ਆਗੂਆਂ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਸੀ? ਦੇਖੋ, ਸੰਘਰਸ਼ ਦੇ ਵਿੱਚ ਮੈਂ ਸਮਝਣਾ ਕਿ ਜਿਹੜੀ ਜ਼ਮੀਨੀ ਪੱਧਰ ਦੇ ਉੱਤੇ ਲੜਾਈ ਆ, ਚਾਹੇ ਉਹ ਸ਼ੰਭੂ ਦਾ ਮੋਰਚਾ ਤੋੜਨ ਦੀ ਸੀਗੀ, ਚਾਹੇ 26 ਨੂੰ ਜਿਹੜਾ ਮਕਰਬਾ ਚੌਂਕ ਵਾਲਾ ਤੋੜਨ ਦੀ ਸੀਗੀ, ਜਿਹੜੀ ਜ਼ਮੀਨੀ ਪੱਧਰ ਦੇ ਉੱਤੇ ਲੜਨ ਦੀ ਸਮਰੱਥਾ ਆ ਉਹ ਪੰਜਾਬ ਦੇ ਸਿੱਖਾਂ ਦੀ ਅੱਜ ਵੀ ਉਨੀ ਆ ਜਿੰਨੀ 18ਵੀਂ ਸਦੀ ਸੀ। ਉਹਦੇ ਵਿੱਚ ਉਹ ਕਿਸੇ ਵੀ ਹੋਰ ਤੋਂ ਮਾਰ ਨਹੀਂ ਖਾਂਦੇ। ਪਰ ਮੈਂ ਇਹ ਸਮਝਦਾ ਕਿ ਅੱਜ ਦੀ ਸਦੀ ਦੇ ਵਿੱਚ ਜਿਹੜੇ ਜੰਗ ਨੇ ਉਹ ਜਿੱਥੇ ਜ਼ਮੀਨੀ ਪੱਧਰ 'ਤੇ ਲੜੇ ਜਾਂਦੇ ਨੇ ਉੱਥੇ ਉਹ ਮਨੋਵਿਗਿਆਨਕ ਪੱਧਰ 'ਤੇ ਵੀ ਲੜੇ ਜਾਂਦੇ ਨੇ, ਮਾਨਸਿਕ ਪੱਧਰ 'ਤੇ ਵੀ ਲੜੇ ਜਾਂਦੇ ਨੇ। ਜਿਹੜਾ ਮਾਨਸਿਕ ਹਮਲਾ ਉਹਨੂੰ ਝੱਲਣ ਦੀ ਜਿੰਨੀ ਸਾਡੀ ਸਮਰੱਥਾ ਹੋਣੀ ਚਾਹੀਦੀ ਸੀਗੀ ਉਨੀ ਨਹੀਂ ਰਹੀ। ਉਹਦੀ ਵਜ੍ਹਾ ਕਰਕੇ ਇਹ ਆ ਕਿ 25 26 ਨੂੰ ਜਾਂ 26 ਤਰੀਕ ਨੂੰ ਖਾਸ ਕਰਕੇ ਜਦੋਂ ਸਰਕਾਰ ਨੇ ਟੀਵੀ ਦੇ ਰਾਹੀਂ ਇੱਕ ਮਨੋਵਿਗਿਆਨਕ ਹਮਲਾ ਕੀਤਾ, ਉਸ ਮਨੋਵਿਗਿਆਨਕ ਹਮਲੇ ਦਾ ਬਾਰ ਸਾਡੀ ਕਿਸੇ ਵੀ ਤਰ੍ਹਾਂ ਦੀ ਲੀਡਰਸ਼ਿਪ, ਚਾਹੇ ਉਹ 31 ਜਥੇਬੰਦੀਆਂ ਦੀ ਆ, ਚਾਹੇ ਉਦੋਂ ਬਾਹਰ ਵਾਲੀਆਂ ਜਥੇਬੰਦੀਆਂ, ਚਾਹੇ ਸਾਡੇ ਫੇਸਬੁੱਕ ਦੇ ਉੱਤੇ ਜਿਹੜੇ ਸਾਡੇ ਨੁਮਾਇੰਦੇ ਆ, ਸਾਡੇ ਵਿਦਵਾਨ ਪ੍ਰਚਾਰਕ, ਚਾਹੇ ਨੌਜਵਾਨ ਆਗੂ, ਉਹ ਕੋਈ ਵੀ ਝੱਲ ਨਹੀਂ ਸਕਿਆ। ਉਹ ਨਾ ਝੱਲ ਸਕਣ ਕਰਕੇ ਇਹ ਹੋਇਆ ਕਿ ਅਸੀਂ 25 26 ਨੂੰ ਡਿਸਕਸ ਕਰੀ ਗਏ। ਉਹਨਾਂ ਨੇ 27 28 29 30 31 ਤਰੀਕ ਨੂੰ ਬਹੁਤ ਸਾਰੀਆਂ ਜ਼ਮੀਨੀ ਹਮਲੇ ਕਰਕੇ ਹਕੀਕਤਾਂ ਬਦਲ ਦਿੱਤੀਆਂ, ਜਿਹੜੀਆਂ ਅਸੀਂ ਅੱਜ ਵੀ 10-15 ਦਿਨ ਲੰਘਣ ਤੋਂ ਬਾਅਦ ਵੀ ਡਿਸਕਸ ਨਹੀਂ ਕਰ ਰਹੇ। ਸਟਰਗਲ ਦੇ ਵਿੱਚ ਉਸ ਮਨੋਵਿਗਿਆਨਕ ਹਮਲੇ ਦੀ ਆੜ ਹੇਠ ਜਿਹੜੀਆਂ ਬਦਲਾਅ ਆ ਗਏ ਆ ਸਾਡੇ ਲਈ, ਮੇਰੇ ਖਿਆਲ 'ਚ ਉਹ ਜਿਹੜੇ ਡਿਸਕਸ ਕਰਨੇ ਬਹੁਤ ਇੰਪੋਰਟੈਂਟ ਹੈ। ਅਤੇ ਉਹਦੇ ਵਿੱਚ ਸਭ ਤੋਂ ਵੱਡਾ ਬਦਲਾਅ ਮੈਨੂੰ ਲੱਗਦਾ ਇਹ ਨਜ਼ਰ ਆ ਰਿਹਾ ਕਿ ਜਿਹੜੀ ਸਟਰਗਲ ਦੀ ਅਗਵਾਈ ਸੀਗੀ ਉਹ ਪੰਜਾਬ ਕੋਲ ਸੀਗੀ ਅਤੇ ਉਹ ਪੰਜਾਬ ਕੋਲੋਂ ਲਗਭਗ ਖਿਸਕਦੀ ਨਜ਼ਰ ਆ ਰਹੀ ਆ। ਉਹ ਹਰਿਆਣੇ ਕੋਲ ਚਲੀ ਗਈ ਆ ਜਾਂ ਯੂਪੀ ਕੋਲ ਚਲੀ ਗਈ ਆ
ਈਵਨ ਹਰਿਆਣੇ ਦੀਆਂ ਖਾਪ ਪੰਚਾਇਤਾਂ ਨੇ ਵੀ ਕਿਹਾ ਕਿ ਤੁਸੀਂ ਸਾਨੂੰ ਵੀ ਕੰਸਲਟ ਕਰੋ, ਹੈ ਨਾ। ਵੀ ਹੁਣ ਜਿਹੜੀ ਪਹਿਲਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਾਂ ਪੰਜਾਬ ਦੀ ਬਾਕੀ ਲੀਡਰਸ਼ਿਪ ਦੇ ਵਿੱਚ ਇੱਕ ਅੰਦਰੋਂ ਅੰਦਰ ਕਸ਼ਮਕਸ਼ ਸੀਗੀ ਸਟਰਗਲ ਦੇ ਉੱਤੇ ਹਾਵੀ ਹੋਣ ਦੀ, ਉਹਦੇ ਵਿੱਚੋਂ ਸਾਰੇ ਰਲ ਕੇ ਵੀ ਹੁਣ ਤੀਜੇ ਨੰਬਰ ਤੇ ਚਲੇ ਗਏ ਆ। ਪਹਿਲੇ ਯਾਰ ਦੂਜੇ ਤੇ ਯੂਪੀ ਯਾਰ ਹਰਿਆਣੇ ਦੀ ਲੀਡਰਸ਼ਿਪ ਆਉਂਦੀ ਨਜ਼ਰ ਆ ਰਹੀ। ਮੇਰੇ ਖਿਆਲ 'ਚ ਉਹ ਡਿਸਕਸ ਕਰਨੀ ਵੱਧ ਮਹੱਤਵਪੂਰਨ ਬਣ ਗਈ ਅੱਜ। ਜੇ ਗੱਲ ਕਰੀਏ ਤਾਂ ਦੀਪ ਸਿੱਧੂ ਦੀ ਗ੍ਰਿਫਤਾਰੀ ਦੀ, ਦੀਪ ਸਿੱਧੂ ਇਸ ਸੰਘਰਸ਼ ਦਾ ਹਿੱਸਾ ਰਿਹਾ ਲਗਾਤਾਰ। ਦੀਪ ਸਿੱਧੂ ਦੀ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਹੋ ਅੱਜ? ਦੇਖੋ, ਇਸ ਸਟਰਗਲ ਦੇ ਵਿੱਚ ਜਿਹੜੀਆਂ ਵੀ ਗ੍ਰਿਫਤਾਰੀਆਂ ਹੋਈਆਂ ਨੇ, ਜਿਹੜੀਆਂ ਸਾਰੀਆਂ ਹੀ ਗ੍ਰਿਫਤਾਰੀਆਂ ਉਹ ਨਿੰਦਣਯੋਗ ਨੇ। ਇਹ ਇੱਕ ਬੜੀ ਪੀਸਫੁਲ ਸਟਰਗਲ ਸੀਗੀ, ਕਿਤੇ ਵੀ ਇਹ ਜਿਹੜੀ ਸਟਰਗਲ ਹੈ ਵਾਇਲੈਂਟ ਨਹੀਂ ਹੋਈ। ਤਾਂ ਪੀਸਫੁਲ ਸਟਰਗਲ ਦੇ ਵਿੱਚ ਸਰਕਾਰ ਦੀ ਜਿਹੜੀ ਇਹ ਗ੍ਰਿਫਤਾਰੀ ਕਰਨ ਦੀ ਜਿਹੜੀ ਚਾਲ ਹੈ, ਉਹ ਮੇਰੇ ਖਿਆਲ ਦੇ ਵਿੱਚ ਲੋਕ ਉਹਦੇ ਸੰਬੰਧੀ ਬੜੇ ਅਵੇਅਰ ਹੈ। ਲੋਕ ਇਸ ਗ੍ਰਿਫਤਾਰੀਆਂ ਤੋਂ ਨਹੀਂ ਡਰਨ ਲੱਗੇ। ਮੈਨੂੰ ਨਹੀਂ ਲੱਗਦਾ ਹੈ ਕਿ ਜੋ ਸਰਕਾਰ ਦੀ ਮਨਸ਼ਾ ਹੁੰਦੀ ਆ ਵੀ ਕੁਝ ਬੰਦਿਆਂ ਨੂੰ ਗ੍ਰਿਫਤਾਰ ਕਰੋ, ਉਹਦੇ ਨਾਲ ਬਾਕੀ ਡਰ ਜਾਣਗੇ। ਮੇਰੇ ਖਿਆਲ 'ਚ ਸ਼ਾਇਦ ਕੋਈ ਡਰਿਆ ਨਹੀਂ ਹੈ, ਵੱਧ ਹੌਸਲੇ 'ਚ ਬੇਸ਼ੱਕ ਆਇਆ ਹੋਊਗਾ। ਜਿਹੜੀਆਂ ਗ੍ਰਿਫਤਾਰੀਆਂ ਦੇ ਨਾਲ ਰੋਸ ਆਇਆ, ਉਹਦੇ ਨਾਲ ਉਹਨਾਂ ਦੀ ਡਿਟਰਮੀਨੇਸ਼ਨ ਹੋਰ ਵਧੀ ਹੋਊਗੀ। ਤਾਂ ਮੈਨੂੰ ਨਹੀਂ ਲੱਗਦਾ ਕਿ ਗ੍ਰਿਫਤਾਰੀਆਂ ਵਾਲੀ ਜਿਹੜੀ ਇਹ ਪਾਲਿਸੀ ਆ ਉਹਦੇ ਨਾਲ ਸਿੱਖ ਡਰਾਏ ਜਾ ਸਕਦੇ ਆ। ਤੁਸੀਂ ਕਿਹਾ ਗ੍ਰਿਫਤਾਰੀਆਂ ਵਾਲੀ ਪਾਲਿਸੀ ਨਾਲ ਸਿੱਖ ਨਹੀਂ ਡਰਾਏ ਜਾ ਸਕਦੇ। ਪਹਿਲਾਂ ਵੀ ਇਹ ਗ੍ਰਿਫਤਾਰੀਆਂ ਦਾ ਜੇਲ੍ਹ ਭਰੋ ਅੰਦੋਲਨ ਵੀ ਚੱਲੇ ਨੇ, ਕਾਫੀ ਕੁਝ ਹੋਇਆ, ਪਰ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੇ ਵਿੱਚ ਵੀ ਇੱਕ ਵਾਰ ਸਹਿਮ ਪੈ ਗਿਆ ਸੀ, ਡਰ ਪੈ ਗਿਆ ਸੀ ਉਹ ਚੀਜ਼ਾਂ ਨੂੰ ਦੇਖ ਕੇ। 26 ਤਰੀਕ ਦੀ ਘਟਨਾ ਤੋਂ ਬਾਅਦ ਲੋਕਾਂ ਨੂੰ ਕਿਵੇਂ ਅਵੇਅਰਨੈਸ ਕਰਾਇਆ ਜਾਵੇ, ਕਿਵੇਂ ਲੋਕਾਂ ਨੂੰ ਦੱਸਿਆ ਜਾਵੇ ਕਿ ਇਹ ਡਰਨ ਵਾਲੀ ਚੀਜ਼ ਨਹੀਂ ਹੈਗੀ? ਨਹੀਂ, ਮੈਂ ਸਮਝਦਾ ਕਿ 26 ਦੀ ਸ਼ਾਮ ਤੱਕ ਤਾਂ ਇਹ ਮੇਲਾ ਸੀਗਾ। 26 ਤੋਂ ਬਾਅਦ ਸੰਘਰਸ਼ ਸ਼ੁਰੂ ਹੋਇਆ। ਤੋ ਜਿਹੜਾ ਹਿੱਸਾ ਅਸਲ ਸੰਘਰਸ਼ ਲੜਨ ਵਾਲਾ ਸੀਗਾ ਉਹ ਕੁਛ ਹਜ਼ਾਰਾਂ 'ਚ ਹੁੰਦਾ, ਉਹ ਨਹੀਂ ਡਰਿਆ। ਜਿਹੜਾ ਮੇਲੇ ਵਾਲੀ ਦੀ ਮਾਨਸਿਕਤਾ ਵਾਲਾ ਸੀਗਾ ਉਹਦੇ ਮਨ 'ਚ ਸ਼ਾਇਦ ਕੋਈ ਦੁਬਿਧਾ ਆਈ ਹੋਵੇ। ਬਟ ਇੱਥੇ ਜਿਹੜਾ ਹਿੱਸਾ ਸੰਘਰਸ਼ ਵਾਲਾ ਸੀਗਾ, ਇੱਥੇ ਅਸੀਂ ਬੈਠੇ ਦੇਖੇ 27 ਤਰੀਕ ਸ਼ਾਮ ਨੂੰ ਇੱਥੇ ਹਮਲੇ ਸ਼ੁਰੂ ਹੋ ਗਏ ਸੀਗੇ ਸਰਕਾਰ ਵੱਲੋਂ ਸਪੋਂਸਰਡ ਗੁੰਡਿਆਂ ਦੇ। 27, 28, 29, 30 ਸ਼ਾਮ ਤੱਕ ਰਹੇ। ਮੈਨੂੰ ਨਹੀਂ ਲੱਗਦਾ ਵੀ ਅਸੀਂ ਇੱਥੇ ਕਿਸੇ ਦੇ ਮਨ ਦੇ ਉੱਤੇ ਚਿੰਤਾ ਜਾਂ ਫਿਕਰ ਦੇਖੀ। ਸਾਰੇ ਬੰਦੇ ਆਪੋ ਆਪਣੇ ਪੜਾਅ ਨੂੰ ਬਚਾਉਣ ਲਈ ਵੀ, ਚਾਹੇ ਜਿਹੜੀ ਅੱਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਹੈ ਉਹਨੂੰ ਬਚਾਉਣ ਦੇ ਲਈ ਵੀ ਪੂਰੀ ਡਿਟਰਮੀਨੇਸ਼ਨ ਨਾਲ ਤਤਪਰ ਨਜ਼ਰ ਆਏ। ਤਾਂ ਜਿਹੜਾ ਸੰਘਰਸ਼ ਵਾਲਾ ਹਿੱਸਾ, ਜਿਹੜਾ ਆਮ ਲੋਕ ਹੈ, ਮੈਂ ਲੀਡਰਾਂ ਦੀ ਨਹੀਂ ਗੱਲ ਕਰਦਾ, ਲੀਡਰਾਂ ਦੇ ਵਿੱਚ ਕਈ ਗੱਲਾਂ ਵੱਖਰੀ ਤਰ੍ਹਾਂ ਰਹੀਆਂ ਹੋਣਗੀਆਂ। ਆਮ ਲੋਕ ਹੈ ਜਿਹੜਾ, ਉਹ ਸਟਰਗਲ ਦੇ ਵਿੱਚ ਬਿਲਕੁਲ ਇਕਜੁੱਟ ਦਿਖਿਆ। ਉੱਥੇ ਮਸਲਨ ਮੋਰਲੀ ਸਟੇਜ ਦੇ ਉੱਤੇ ਹਮਲਾ ਚਾਹੇ ਮੋਰਲੀ ਸਟੇਜ 'ਤੇ ਹੋਇਆ, ਉਹ ਹਮਲੇ ਦਾ ਪਾਸਾ ਪਲਟਣ, ਉਹਨੂੰ ਡਿਫੈਂਡ ਕਰਨ ਇੱਧਰਲੇ ਪਾਸੇ ਤੋਂ ਵੀ ਬਹੁਤ ਲੋਕ ਗਏ। ਤਾਂ ਲੋਕ ਜਿਹੜੇ ਹੈਗੇ ਆ ਉਹ ਬਿਲਕੁਲ ਅਜੇ ਵੀ ਸਟਰਗਲ ਦੇ ਮੋਡ 'ਚ ਆ ਅਤੇ ਇਕਜੁੱਟ ਆ। ਮਤਭੇਦ ਆ, ਜਿਹੜੇ ਸਮੱਸਿਆਵਾਂ ਨੇ ਉਹ ਉੱਪਰ ਲੈਵਲ ਲੀਡਰਸ਼ਿਪ 'ਚ ਹੀ ਨੇ। ਲੋਕ ਖੜ੍ਹੇ ਅੱਜ ਵੀ। ਗੱਲ ਕਰਦੇ ਹਾਂ ਕਿ ਸੰਘਰਸ਼ ਦੇ ਵਿੱਚ ਲੱਖੇ ਸਿਧਾਣੇ ਦਾ ਵੀ ਇੱਕ ਯੋਗਦਾਨ ਰਿਹਾ। ਲੱਖੇ ਸਿਧਾਣੇ ਨੇ ਪਿੰਡ ਪਿੰਡ ਜਾ ਕੇ ਲਾਮਬੰਦ ਕਰਿਆ 26 ਤਰੀਕ ਨੂੰ ਵੀ ਟਰੈਕਟਰ ਆ ਜਿਹੜੇ ਉਹ ਦਿੱਲੀ ਲੈ ਕੇ ਚੱਲੋ, ਵੱਧ ਤੋਂ ਵੱਧ ਰੋਸ ਪ੍ਰਗਟ ਕਰੀਏ। ਪਰ ਅੱਜ ਲੱਖੇ ਸਿਧਾਣੇ ਨੂੰ ਵੀ ਇੱਕ ਗਦਾਰੀ ਦੇ ਲੇਬਲ ਲਾਏ ਜਾ ਰਹੇ ਨੇ। ਨਹੀਂ, ਮੈਂ ਤਾਂ ਇਹ ਸਮਝਦਾ ਕਿ ਬੜੀ ਇਮੈਚਿਓਰਿਟੀ ਹੁੰਦੀ ਆ ਚੱਲਦੀ ਲੜਾਈ 'ਚ ਕਿਸੇ ਨੂੰ ਵੀ ਗਦਾਰ ਕਹਿਣਾ। ਇਹ ਤਾਂ ਬਹੁਤ ਮਤਲਬ ਬਚਕਾਨਾ ਹਰਕਤ ਹੈ। ਇਹ ਕਿਸੇ ਦੇ ਸੰਬੰਧੀ ਜੱਜਮੈਂਟ ਦੇਣ ਦੇ ਅਖਤਿਆਰ ਤਾਂ ਅਕਾਲ ਪੁਰਖ ਹੈ ਕੋਲ ਹੈ। ਉਹ ਤਾਂ ਦਰਗਾਹ 'ਚ ਜਾ ਕੇ ਅਸਲ 'ਚ ਪਤਾ ਲੱਗਣਾ ਵੀ ਕਿਹਨੇ ਕਿਸ ਮਨਸ਼ਾ ਦੇ ਨਾਲ ਕਿੰਨਾ ਯੋਗਦਾਨ ਪਾਇਆ। ਇੱਥੇ ਤੁਸੀਂ ਕਿਸੇ ਬੰਦੇ ਨੂੰ ਨਹੀਂ ਗਲਤ ਕਹਿ ਸਕਦੇ। ਉਹਦੀ ਕੋਈ ਘਟਨਾ ਜਾਂ ਉਹਦੀ ਕੋਈ ਬੋਲ ਉਹ ਗਲਤ ਕਹਿ ਸਕਦੇ। ਇਹ ਕਹਿ ਸਕਦੇ ਹਾਂ ਕਿ ਫਲਾਨੇ ਸਮੇਂ ਭਾਈ ਤੂੰ ਆਹ ਗੱਲ ਜਿਹੜੀ ਆ ਉਹ ਯੋਗ ਨਹੀਂ ਕਹੀ, ਉਹ ਜਾਇਜ਼ ਨਹੀਂ ਕਹੀ। ਬੰਦੇ ਦੇ ਕੋਈ ਬਿਆਨ ਗਲਤ ਠੀਕ ਹੋ ਸਕਦੇ ਆ। ਬੰਦਿਆਂ ਨੂੰ ਗਲਤ ਠੀਕ ਦੇਣ ਦੇ ਜਿਹੜੇ ਸਰਟੀਫਿਕੇਟ ਦੇਣ ਦਾ ਰਿਵਾਜ ਚੱਲ ਪਿਆ ਹੋਇਆ, ਖਾਸ ਕਰ ਸੋਸ਼ਲ ਮੀਡੀਆ ਕਰਕੇ ਚੱਲ ਪਿਆ ਹੋਇਆ, ਉਹਦੇ ਕਰਕੇ ਹੀ ਇੰਨਾ ਤਣਾਅ, ਇੰਨੀ ਲੜਾਈ ਝਗੜੇ ਕਲੇਸ਼ ਹੈ ਜਿਹੜਾ ਉਹ ਵੱਧ ਰਿਹਾ। ਉਹ ਮੇਰੇ ਖਿਆਲ 'ਚ ਹਰੇਕ ਸੰਜੀਦਾ ਬੰਦੇ ਨੂੰ ਇਹ ਚਾਹੀਦਾ ਵੀ ਅਸੀਂ ਆਪ ਕਿਸੇ ਨੂੰ ਬਹੁਤੇ ਸਰਟੀਫਿਕੇਟ ਨਾ ਦਈਏ, ਆਪਣੇ ਆਪ ਬਾਰੇ ਸੋਚੀਏ ਵੀ ਸਾਡਾ ਯੋਗਦਾਨ ਕਿੰਨਾ, ਅਸੀਂ ਕਿਹੜੀ ਮਨਸ਼ਾ 'ਚੋਂ ਕਰ ਰਹੇ। ਉਹ ਦਰਗਾਹ 'ਚ ਜਾ ਕੇ ਪਤਾ ਲੱਗਣਾ। ਤਾਂ ਬੰਦੇ ਨਹੀਂ ਨਿੰਦਣੇ ਚਾਹੀਦੇ, ਕੋਈ ਵੀ ਨਹੀਂ ਕਿਸੇ ਨੂੰ ਨਿੰਦਣਾ ਚਾਹੀਦਾ। ਇਹ ਬਹੁਤ ਮਾੜੀ ਗੱਲ ਹੈ। ਭਾਈ ਮਨਧੀਰ ਸਿੰਘ ਇੱਕ ਸੰਘਰਸ਼ਾਂ ਦਾ ਹਿੱਸਾ ਰਹੇ ਨੇ, ਕਾਲਜ ਤੋਂ ਲੈ ਕੇ ਯੂਨੀਵਰਸਿਟੀ ਤੱਕ, ਯੂਨੀਵਰਸਿਟੀ ਤੋਂ ਲੈ ਕੇ ਅੱਜ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਨੇ। ਕੀ ਅਪੀਲਾਂ ਕੀ ਕਰੋਗੇ ਜਿਹੜੇ ਤੁਸੀਂ ਸੰਘਰਸ਼ ਦੇਖੇ ਨੇ? ਤੁਹਾਡੇ ਜਿੰਨੇ ਸੰਘਰਸ਼ ਕਿਸੇ ਨੇ ਨਹੀਂ ਦੇਖੇ ਹੋਣੇ। ਨਹੀਂ, ਮੈਂ ਤਾਂ ਇਹੀ ਕਹਿਣਾ ਕਿ ਇਹ ਸੰਘਰਸ਼ ਤਾਂ ਖਾਸ ਕਰਕੇ ਰਹੀ ਆ, ਚਾਹੇ 26 ਤਰੀਕ ਨੂੰ 26 ਨਵੰਬਰ ਨੂੰ ਸ਼ੰਭੂ ਮੋਰਚਾ ਤੋੜਨ ਦੀ ਗੱਲ ਹੋਏ, ਚਾਹੇ ਇੱਥੇ ਮੁਕਰਬਾ ਚੌਂਕ ਦਾ ਮੋਰਚਾ ਤੋੜਨ ਦੀ ਗੱਲ ਹੋਏ, ਚਾਹੇ ਖਨੌਰੀ ਵਾਲਾ, ਚਾਹੇ 27 ਤਰੀਕ ਨੂੰ ਉੱਥੇ ਡੱਬ ਵਾਲੀ ਵਾਲਾ।
ਹਰੇਕ ਮੋਰਚਾ ਜਿਹੜਾ ਉਹ ਆਮ ਨੌਜਵਾਨ ਨੇ ਤੋੜਿਆ, ਆਮ ਬੰਦੇ ਨੇ ਤੋੜਿਆ। ਉਹਦੇ 'ਚ ਕਿਸੇ ਵੀ ਕਿਸਮ ਦੀ ਲੀਡਰਸ਼ਿਪ ਦਾ ਕੋਈ ਮੋਹਰੀ ਰੋਲ ਨਹੀਂ ਸੀਗਾ। ਇੱਥੇ ਹਰੇਕ ਬੰਦਾ ਹੀ ਬਰਾਬਰ ਦਾ ਇਹ 'ਚ ਹਿੱਸੇਦਾਰ ਹੈ। ਇੱਥੇ ਚਾਹੇ ਲੰਗਰਾਂ ਵਾਲੇ ਆ ਉਹਨਾਂ ਦਾ ਵੀ ਉਨਾ ਹੀ ਹਿੱਸਾ ਆ, ਚਾਹੇ ਜਿਹੜੇ ਸਟਰਗਲ ਸਭ ਤੋਂ ਮੋਹਰੇ ਹੋ ਕੇ ਲੜੇ ਉਹਨਾਂ ਦਾ ਹੀ ਇੰਨਾ ਹਿੱਸਾ। ਇਹ ਸਟਰਗਲ ਆਮ ਲੋਕਾਂ ਵੱਲੋਂ ਲੜੀ ਗਈ ਆ, ਇਹ ਆਮ ਲੋਕਾਂ ਦੀ ਸਟਰਗਲ ਹੈ। ਬਟ ਆਮ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਆ ਉਹਨਾਂ ਦੇ ਮੁਤਾਬਕ ਕਿਸੇ ਕਿਸਮ ਦੀ ਵੀ ਲੀਡਰਸ਼ਿਪ ਪੂਰੀ ਨਹੀਂ ਉਤਰ ਸਕੀ। ਆਮ ਲੋਕਾਂ ਦੀਆਂ ਭਾਵਨਾਵਾਂ ਉਸ ਤਰੀਕੇ ਨਾਲ ਪੂਰੀਆਂ ਕਿਸੇ ਨੇ ਵੀ ਨਹੀਂ ਸਮਝੀਆਂ। ਤਾਂ ਮੇਰੇ ਖਿਆਲ 'ਚ ਆਮ ਜਿਹੜੇ ਲੋਕ ਆ, ਜਿਹੜੇ ਛੋਟੇ ਛੋਟੇ ਜਥੇ ਹੈਗੇ ਆ ਇੱਥੇ, ਉਹਨਾਂ ਨੂੰ ਜ਼ਰੂਰ ਆਪਸ ਦੇ ਵਿੱਚ ਕੋਈ ਤਾਲਮੇਲ ਬਿਠਾਉਣਾ ਚਾਹੀਦਾ, ਤਾਂ ਕਿ ਉਸ ਤਾਲਮੇਲ ਦੇ ਰਾਹੀਂ ਉਹ ਜਿੰਨੀ ਵੀ ਤਰ੍ਹਾਂ ਦੀ ਲੀਡਰਸ਼ਿਪ ਇੱਥੇ ਹੈਗੀ ਆ ਉਹਨੂੰ ਆਪਣੀਆਂ ਭਾਵਨਾਵਾਂ ਦੱਸ ਸਕਣ ਅਤੇ ਉਹਦੇ ਮੁਤਾਬਕ ਉਹ ਇਸ ਮੋਰਚੇ ਨੂੰ ਸੇਧਿਤ ਕਰ ਸਕਣ। ਕਿਉਂਕਿ ਇਸ ਮੋਰਚੇ ਨੂੰ ਅਜੇ ਤੱਕ ਜਿਹੜਾ ਸੇਧਿਤ ਹੋ ਰਿਹਾ ਪ੍ਰੋਗਰਾਮ ਉਹ ਉੱਪਰੋਂ ਹੋ ਰਿਹਾ, ਉੱਪਰ ਵਾਲਿਆਂ ਅਤੇ ਆਮ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਕਾਫੀ ਗੈਪ ਪੈ ਗਿਆ ਹੋਇਆ। ਉਹ ਗੈਪ ਨੂੰ ਫਿਲ ਕਰਨ ਦੇ ਲਈ ਮੈਨੂੰ ਲੱਗਦਾ ਇਹ ਲੀਡਰ ਨਹੀਂ ਕਰ ਸਕੇ। ਹਾਲਾਂਕਿ ਇੱਥੇ ਬੈਠੇ ਜਿੰਨੀ ਵੀ ਤਰ੍ਹਾਂ ਦੇ ਲੀਡਰ ਹੈ ਉਹਨਾਂ ਦਾ ਜ਼ਿੰਮੇਵਾਰੀ ਬਣਦੀ ਸੀਗੀ ਕਿ ਉਹ ਸਾਰਿਆਂ 'ਚ ਕੋਈ ਤਾਲਮੇਲ ਜਥੇ ਬਣਾ ਦੇ। ਉਹ ਲੀਡਰਾਂ ਨੇ ਨਹੀਂ ਬਣਾਏ। ਲੀਡਰ ਹੁਣ ਤਾਂ ਬਿਲਕੁਲ ਨਹੀਂ ਉਸ ਸਥਿਤੀ 'ਚ ਰਹਿ ਗਏ, ਉਹਨਾਂ ਦੀ ਉਸ ਤਰ੍ਹਾਂ ਦੀ ਕ੍ਰੈਡੀਬਿਲਿਟੀ ਨਹੀਂ ਰਹਿ ਗਈ। ਇਹ ਮੇਰੇ ਖਿਆਲ ਦੇ ਵਿੱਚ ਆਮ ਲੋਕਾਂ ਦੇ ਵਿੱਚ ਜਿਹੜੇ ਕੁਛ ਛੋਟੇ ਛੋਟੇ ਮੋਹਰੀ ਅਗਵਾਈ ਕਰਨ ਵਾਲੇ ਬੰਦੇ ਹੈਗੇ ਆ ਉਹਨਾਂ ਦਾ ਹੀ ਫਰਜ਼ ਬਣਦਾ ਕਿ ਉਹ ਆਪਸ 'ਚ ਕੋਈ ਤਾਲਮੇਲ ਬਣਾਉਣ। ਨਹੀਂ ਤਾਂ ਇਹ ਸਟਰਗਲ ਜਿਹੜੀ ਹੈਗੀ ਆ, ਜੇ ਤੁਸੀਂ ਸਿਰਫ ਲੀਡਰਾਂ ਸਿਰ 'ਤੇ ਛੱਡ ਦੋਗੇ, ਸ਼ਾਇਦ ਇਹਦੇ ਨਤੀਜੇ ਮਤਲਬ ਸਾਰੂ ਨਾ ਨਿਕਲਣ ਜਿੰਨੇ ਨਿਕਲਣੇ ਚਾਹੀਦੇ। ਇੱਕ 29 ਤਰੀਕ ਨੂੰ ਹਮਲਾ ਹੁੰਦਾ ਗਾ ਸਟੇਜ 'ਤੇ ਕਿਸਾਨ ਮਜ਼ਦੂਰ ਸੰਘਰਸ਼ ਵਾਲੀ 'ਤੇ, ਉਸ ਤੋਂ ਬਾਅਦ ਉਹ ਹਮਲਾ ਕਰਕੇ ਚਲੇ ਜਾਂਦੇ ਨੇ, ਪਰ ਉਸ ਤੋਂ ਬਾਅਦ ਕੋਈ ਹਮਲਾ ਨਹੀਂ ਹੁੰਦਾ, ਕੋਈ ਵਿਰੋਧ ਨਹੀਂ ਹੁੰਦਾ ਉਸ ਸਟੇਜ ਦਾ, ਉਹਨਾਂ ਕਿਸਾਨਾਂ ਦਾ, ਅਤੇ ਵਿਚਾਲੇ ਬੈਰੀਕੇਡਿੰਗ ਕਰ ਦਿੱਤੀ ਜਾਂਦੀ ਆ। ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ, ਕੀ ਕਹੋਗੇ? ਹੁਣ ਆਖਰ ਦੇ ਵਿੱਚ ਇੱਕ ਇਹ ਸਵਾਲ ਆਗਾ। ਹਾਂ, ਇਹ ਬੜੀ ਇੱਕ ਮਹੱਤਵਪੂਰਨ ਗੱਲ ਹੈਗੀ ਆ। ਇਹ ਹਮਲੇ 27 ਤਰੀਕ ਸ਼ਾਮ ਤੋਂ ਸ਼ੁਰੂ ਹੋ ਗਏ ਸੀਗੇ। 27 ਤਰੀਕ ਸ਼ਾਮ ਤੋਂ ਮਤਲਬ ਜਿਹੜੀਆਂ ਟਰਾਲੀਆਂ ਵਾਪਸ ਗਈਆਂ ਉਹਨਾਂ ਨਾਲ ਬਦਤਮੀਜ਼ੀ ਹੋਈ। ਕਰਨਾਲ 'ਚ ਅਸੰਧ ਤਹਿਸੀਲ ਦੇ ਵਿੱਚ ਬੰਦਿਆਂ ਨਾਲ ਹੋਈ। ਇੱਥੇ ਵੀ ਜਿਹੜਾ ਗੁਰਦੁਆਰਾ ਆਪਣਾ TDI ਮਾਲ ਦੇ ਪਿੱਛੇ ਬਾਬਾ ਬੁੱਢਾ ਜੀ ਵਾਲਾ, ਉੱਥੇ ਵੀ ਗ੍ਰੰਥੀ ਸਿੰਘ ਨੂੰ DSP ਆ ਕੇ ਕਹਿ ਗਿਆ ਸੀਗਾ ਕਿ ਤੁਹਾਡੀ ਸਿਕਿਉਰਿਟੀ ਦਾ ਇੰਤਜ਼ਾਮ ਤੁਸੀਂ ਆਪ ਦਾ ਆਪ ਕਰ ਲਓ। ਅਤੇ 28 ਨੂੰ ਇੱਥੇ ਹਮਲਾ ਹੋਇਆ, 29 ਨੂੰ ਹੋਇਆ, 30 ਨੂੰ ਵੀ ਆਏ ਲੋਕ। ਅਤੇ ਗਾਜ਼ੀਪੁਰ ਬਾਰਡਰ 28 ਤਰੀਕ ਨੂੰ ਉਹ BJP ਦੇ 2 MLA ਆਏ। ਟੀਕਰੀ ਵੀ 2 ਦਿਨ ਰੌਲਾ ਪੈਂਦਾ ਰਿਹਾ। ਯਾਨੀ ਕਿ ਇੱਕ ਵੱਡੇ ਪੱਧਰ ਦੇ ਉੱਤੇ ਇੱਕ ਸਟੇਟ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਜਲੀਲ ਕੀਤਾ ਜਾਏ, ਬੇਇੱਜ਼ਤੀ ਕੀਤੀ ਜਾਏ। ਪਰ ਇੱਕ ਮੈਂ ਖਾਸੀਅਤ ਮੰਨਦਾ ਕਿ ਹੁਣ ਸਿੱਖਾਂ ਦੀ ਇੱਜ਼ਤ ਪਹਿਲਾਂ ਤੋਂ ਜ਼ਿਆਦਾ ਬਣੀ ਕਹਿ ਲਓ, ਸਿੱਖਾਂ ਦਾ ਦਬਦਬਾ ਕਹਿ ਲਓ, ਜਾਂ ਅਕਾਲ ਪੁਰਖ ਦੀ ਕਿਰਪਾ ਕਹਿ ਲਓ, ਕਿ ਜਿਹੜੀ ਸੱਤਾਧਾਰੀ ਪਾਰਟੀ ਦੇ ਇੱਕ ਹਿੱਸੇ ਨੇ ਕੋਸ਼ਿਸ਼ ਕੀਤੀ ਆਪਣੇ ਕੁਛ ਗੁੰਡਿਆਂ ਨੂੰ ਮੋਹਰੇ ਲਾ ਕੇ ਹਮਲਾ ਕਰਾਉਣ ਦੀ, ਉਹਦੇ ਵਿੱਚ ਜਿਹੜੀ ਆਮ ਸੁਸਾਇਟੀ ਆ ਉਹਨੇ ਸਾਥ ਨਹੀਂ ਦਿੱਤਾ ਉਹਨਾਂ ਦਾ। ਇੱਥੇ ਤਾਂ ਮੈਂ ਖਾਸ ਕਰਕੇ ਦੇਖਿਆ ਕਿ ਇੱਥੇ ਆਪਣੇ ਕੋਲ ਹੀ ਇੱਥੋਂ ਦੇ ਜਿਹੜੇ ਜਾਟ ਲੀਡਰ ਸੀਗੇ ਉਹ ਆਉਂਦੇ ਹੁੰਦੇ ਸੀਗੇ, ਜਿਹੜੇ ਇਸ ਪਿੰਡ ਇਲਾਕੇ ਦੇ ਹੈਗੇ ਆ, ਰਵਿੰਦਰ ਉਹਨਾਂ ਦਾ ਨਾਂ। ਉਹਨਾਂ ਨੇ 40 ਪਿੰਡਾਂ ਦੇ ਬੰਦੇ ਇਕੱਠੇ ਕਰਕੇ ਅਤੇ ਜਿਹੜੇ ਕੁਛ ਲੋਕ ਗੁੰਡੇ ਇਸ ਇਲਾਕੇ ਦੇ ਹਮਲਾ ਕਰਨ ਆਉਂਦੇ ਸੀਗੇ ਉਹਨਾਂ ਨੂੰ ਇਹ ਸੱਦ ਕੇ ਕਿਹਾ ਕਿ ਜੇ ਤੁਸੀਂ ਸਿੱਖਾਂ ਦੇ ਨਾਲ ਕੁਛ ਵਾਧੀ ਕਰੋਗੇ ਅਸੀਂ ਤੁਹਾਡੇ ਦੇ ਨਾਲ ਸਿੱਝਾਂਗੇ ਮੁੜ ਕੇ। ਅਤੇ ਉਹਨਾਂ ਨੇ ਉਹ ਕੁਛ ਜਿਹੜੇ ਗੁੰਡਿਆਂ ਦੇ ਪਿੰਡ ਸੀਗੇ ਉਹਨਾਂ ਦੇ ਵਿੱਚ ਟਰੈਕਟਰ ਮਾਰਚ ਵੀ ਕੀਤਾ 30 ਤਰੀਕ ਨੂੰ। ਤੋ ਆਪਣੀ ਡਿਫੈਂਸ ਦੇ ਵਿੱਚ ਲੋਕਲ ਜਿਹੜੀ ਕਿਸਾਨ ਕਮਿਊਨਿਟੀ ਖਾਸ ਕਰਕੇ ਆਪਣੀ ਡਿਫੈਂਸ 'ਚ ਖੜੀ। ਬਾਕੀ ਵੀ ਜਿਹੜੀ ਜ਼ਿਆਦਾ ਕਮਿਊਨਿਟੀ ਸੀਗੀ ਉਹ ਨਿਊਟਰਲ ਰਹੀ, ਉਹ ਆਪਣੇ 'ਤੇ ਹਮਲਾਵਰ ਨਹੀਂ ਹੋਈ ਜਿੱਦਾਂ 84 'ਚ ਹੋਇਆ ਸੀਗਾ। 84 'ਚ ਆਪਾਂ ਦੇਖਿਆ ਕਿ ਚਾਹੇ ਉਹ ਸਟੇਟ ਨੇ ਸੇਧਿਤ ਕੀਤਾ ਸੀਗਾ, ਹਮਲਾ ਕਰਨ ਵਾਲੇ ਤਾਂ ਆਮ ਲੋਕ ਹੀ ਸੀਗੇ ਨਾ। ਇਸ ਵਾਰ ਵੀ ਸਟੇਟ ਦੇ ਇੱਕ ਹਿੱਸੇ ਨੇ ਆਪਣੇ 'ਤੇ ਹਮਲਾ ਕਰਾਉਣ ਦੇ ਲਈ ਲੋਕਾਂ ਨੂੰ ਉਕਸਾਇਆ ਬਹੁਤ, TV ਦੇ ਰਾਹੀਂ ਵੀ ਜੀ ਤਿਰੰਗੇ ਝੰਡੇ ਦੀ ਮਤਲਬ ਬੇਅਦਬੀ ਹੋ ਗਈ ਜਾਂ ਹੋਰ ਇਹ ਗੱਲਾਂ ਕਹਿ ਕੇ। ਪਰ ਆਮ ਲੋਕਾਂ ਦੇ ਵਿੱਚੋਂ ਸਿੱਖਾਂ 'ਤੇ ਹਮਲਾ ਕਰਨ ਦੀ ਸਹਿਮਤੀ ਨਹੀਂ ਬਣੀ। ਇਹ ਸਾਡੇ ਲਈ ਇੱਕ ਬਹੁਤ ਪੋਜ਼ੀਟਿਵ ਗੱਲ ਹੈ। ਨਹੀਂ ਪੰਜਾਬ ਤੋਂ ਬਾਹਰ ਸਿੱਖਾਂ 'ਤੇ ਸਦਾ ਹੀ ਭੀੜਾਂ ਹਮਲਾਵਰ ਹੋ ਜਾਂਦੀਆਂ ਸੀਗੀਆਂ 84 ਤੋਂ ਬਾਅਦ। ਉਹ ਮਤਲਬ ਮੈਂ ਕਹਿੰਦਾ ਕਿ ਸਿੱਖਾਂ ਨੇ ਜਿਸ ਤਰੀਕੇ ਦੀ ਇੱਥੇ ਲੋੜਵੰਦਾਂ ਦੀ ਸੇਵਾ ਕੀਤੀ ਆ ਜਾਂ ਆਪਣਾ ਇੱਕ ਕਰੈਕਟਰ ਦਿਖਾਇਆ, ਉਹਦੇ ਕਰਕੇ ਇਹ ਇੱਕ ਨਵੀਂ ਗੱਲ ਹੈ ਕਿ ਸਿੱਖਾਂ ਦੇ ਉੱਤੇ ਆਮ ਜਿਹੜੀ ਹਿੰਦੂ ਸੁਸਾਇਟੀ ਆ ਉਹਦੇ ਵਿੱਚ ਸਿੱਖਾਂ ਦੇ ਪ੍ਰਤੀ ਬਹੁਤ ਪੋਜ਼ੀਟਿਵਿਟੀ ਬਣ ਗਈ ਹੋਈ ਹੈ। ਅਤੇ ਮੈਂ ਜਿਹੜੇ ਇੱਥੋਂ ਦੇ ਲੀਡਰ ਸੀਗੇ ਕਿਸਾਨੀ ਨਾਲ ਸੰਬੰਧਿਤ ਖਾਸ ਕਰਕੇ, ਉਹਨਾਂ ਦਾ ਵੀ ਮੈਂ ਮੰਨਦਾ ਜਿਹੜੇ ਲੋਕਲ ਲੀਡਰ ਸੀਗੇ ਜਿਨ੍ਹਾਂ ਦੇ ਬਹੁਤਾ ਲੋਕ ਨਾਂ ਨਹੀਂ ਜਾਣਦੇ, ਉਹਨਾਂ ਦਾ ਇੱਕ ਬਹੁਤ ਪੋਜ਼ੀਟਿਵ ਰੋਲ ਰਿਹਾ ਇਹਦੇ ਵਿੱਚ। ਸਾਡੇ ਆਲੇ ਦੁਆਲੇ ਜਿਹੜਾ ਇਹ ਇਲਾਕਾ ਹੈ 'ਚ ਦਾਈਆ ਖਾਪ ਦੇ ਲੋਕ ਹੈਗੇ ਜ਼ਿਆਦੇ, ਉਹਨਾਂ ਦੀ ਜਿਹੜੀ ਖਾਪ ਸੀਗੀ ਉਹਦਾ ਵੀ ਬੜਾ ਇੱਕ ਪੋਜ਼ੀਟਿਵ ਰੋਲ ਰਿਹਾ।
29 ਤਰੀਕ ਨੂੰ ਹੀ ਦਾਈਆ ਖਾਪ ਵਾਲਿਆਂ ਨੇ ਬੜ ਖਾਲਸਾ ਪਿੰਡ ਤੋਂ ਉਹਨਾਂ ਨੇ ਮਾਰਚ ਕੱਢਿਆ ਸੀਗਾ। ਉਹਦੇ ਵਿੱਚ ਅਸੀਂ ਦੇਖਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਤਸਵੀਰ ਸੀਗੀ, ਬਾਬਾ ਜੈਤਾ ਜੀ ਦੀ ਤਸਵੀਰ ਸੀਗੀ, ਅਤੇ ਜਿਹੜਾ ਉਹਨਾਂ ਦਾ ਬਜ਼ੁਰਗ ਸੀਗਾ ਖੁਸ਼ਹਾਲ ਸਿੰਘ ਉਹਦੀ ਤਸਵੀਰ ਸੀਗੀ। ਯਾਨੀ ਕਿ ਉਹਨਾਂ ਨੇ ਸਿੱਖਾਂ ਦੀਆਂ ਤਸਵੀਰਾਂ ਲਾ ਕੇ ਇੱਥੇ ਇੱਕ ਮਾਰਚ ਕੱਢਿਆ ਸਿੱਖਾਂ ਦੀ ਸਪੋਰਟ 'ਚ। ਅਤੇ ਇਹ ਇੱਕ ਬੜੀਆਂ ਪੋਜ਼ੀਟਿਵ ਗੱਲਾਂ ਨੇ ਜਿਨ੍ਹਾਂ ਨੇ ਸਰਕਾਰ ਦੀ ਐਡੀ ਵੱਡੀ ਪਾਲਿਸੀ ਹੈ ਮੈਂ ਸਮਝਦਾ ਵੀ ਫੇਲ ਕੀਤੀ ਹੈ। ਹਰਿਆਣੇ ਦੇ ਲੋਕ ਇਹ ਸਿੱਖਾਂ ਦੇ ਪੱਖ 'ਚ ਖੜੇ ਨੇ, ਸਿੱਖਾਂ ਦੀਆਂ ਗੱਲਾਂ ਕਰੀਆਂ ਨੇ। ਹੁਣ ਬਾਬੇ ਆਪਾਂ 84 ਦੀ ਗੱਲ ਕਰੀ ਆ ਤੁਸੀਂ ਵਿੱਚ, ਪਰ ਕੱਲ੍ਹ ਮਹਾ ਪੰਚਾਇਤ ਹੁੰਦੀ ਆ, ਮਹਾ ਪੰਚਾਇਤ ਦੇ ਵਿੱਚ ਕੁਝ ਲੀਡਰ ਪੰਜਾਬ ਦੇ ਵਿੱਚੋਂ ਇਹ ਕਹਿੰਦੇ ਨੇ ਕਿ ਉੱਥੇ 84 ਵਾਲਾ ਮਾਹੌਲ ਬਣਾ ਦੇਣਾ ਸੀ 26 ਤਰੀਕ ਨੂੰ। ਕੀ ਇਹ ਪੰਜਾਬ ਤੋਂ ਬਣਦੀਆਂ ਨੇ ਇਹ ਗੱਲਾਂ ਕਰਨੀਆਂ ਸਟੇਜਾਂ ਤੋਂ? ਨਹੀਂ, ਇਹ ਮੈਂ ਕਹਿੰਦਾ ਕਿ ਇਹ ਹਾਲਾਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸਟੇਟ ਵੱਲੋਂ। ਗੱਲਾਂ ਕਰਨੀਆਂ ਨਹੀਂ ਕਰਨੀਆਂ ਉਹਦੇ ਬਾਰੇ ਦੋ ਰਾਏ ਹੋ ਸਕਦੀ ਆ। ਇਹ ਆਪਾਂ ਮਨਦੀਪ ਪੂਨੀਆ ਪੱਤਰਕਾਰ ਦੀ ਵੀ ਰਿਪੋਰਟ ਸੁਣੀ ਕਿ ਜਿਹੜਾ ਉਹਨੇ ਰੂਟ ਦਿੱਤਾ ਸੀਗਾ ਉਹਦੇ 'ਤੇ ਵੀ ਇਹ ਸ਼ਰਾਰਤ ਕਰਨ ਦੀ ਪਲੈਨਿੰਗ ਸੀਗੀ। ਬਾਕੀ 27 ਤੋਂ ਲੈ ਕੇ 30 ਤਰੀਕ ਤੱਕ ਅਸੀਂ ਅੱਖੀਂ ਦੇਖਿਆ, ਇਹ ਹੁੰਦਾ ਦੇਖਿਆ। ਇੱਥੇ ਸਟੇਟ ਨੇ ਟਰਾਈ ਕੀਤੀ 84 ਵਾਲਾ ਮਾਹੌਲ ਬਣਾਉਣ ਦੀ, ਬਟ ਇਸ ਵਾਰ ਸਿੱਖਾਂ ਦੀ ਇੱਜ਼ਤ ਇੰਨੀ ਆ, ਸਿੱਖਾਂ ਦਾ ਦਬਦਬਾ ਇੰਨਾ ਕਿ ਆਮ ਲੋਕ ਹੈ ਜਿਹੜਾ ਉਹ ਸਿੱਖਾਂ ਦੇ ਖਿਲਾਫ ਨਹੀਂ ਹੋਇਆ। ਇਹ ਇੱਕ ਸਿੱਖਾਂ ਦੀ ਨੈਤਿਕ ਜਿੱਤ ਹੈ। ਅਤੇ ਇਹ ਜਿਹੜੇ ਲੋਕ ਹੈ ਇਹ ਉਹ ਵੀ ਸ਼ਾਬਾਸ਼ ਦੇ ਹੱਕਦਾਰ ਹੈ ਕਿ ਉਹ ਸਰਕਾਰ ਦੇ ਹਮਲੇ ਦੇ ਵਿੱਚ ਸਰਕਾਰ ਨੇ ਜਿਹੜੇ ਭੰਬਲ ਭੂਸੇ ਅਫਵਾਹਾਂ ਖੜੀਆਂ ਕੀਤੀਆਂ ਸੀਗੀਆਂ ਉਹਨਾਂ ਨੂੰ ਨਹੀਂ ਮੰਨਿਆ, ਸਿੱਖਾਂ ਦੇ ਅਮਲ ਨੂੰ ਮੋਹਰੇ ਰੱਖਿਆ। ਇਹ ਆਮ ਲੋਕ ਵੀ ਮੈਂ ਸਮਝਦਾ ਕਿ ਇਹਦੇ 'ਚ ਵਧਾਈ ਦੇ ਹੱਕਦਾਰ ਹੈ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਬਾਬਾ ਮਨਧੀਰ ਸਿੰਘ ਜੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਸੰਘਰਸ਼ ਦੇਖੇ ਨੇ, ਅਤੇ ਪਰ ਇਹਨਾਂ ਦਾ ਕਹਿਣਾ ਗਾ ਕਿ ਸਿੱਖਾਂ ਦਾ ਜਿਹੜਾ ਦਬਦਬਾ ਸੀ ਉਹਨਾਂ ਦਾ ਸਾਥ ਦਿੱਤਾ, ਲੋਕਾਂ ਨੇ ਉਸ ਦਾ ਸਾਥ ਦਿੱਤਾ। 26 ਤੋਂ ਬਾਅਦ ਬਾਹਰਲੀਆਂ ਸਟੇਟਾਂ ਨੇ ਆ ਕੇ ਸਿੱਖਾਂ ਦਾ ਸਾਥ ਦਿੱਤਾ ਅਤੇ ਕਿਸਾਨਾਂ ਦਾ ਸਾਥ ਦਿੱਤਾ। ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਸ਼ਖਸੀਅਤਾਂ ਨਾਲ ਮਿਲਾਵਾਂਗੇ। ਜੁੜੇ ਰਹੋ ਸਰਖਾਬ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਲਵਦੀਪ ਦੇ ਨਾਲ ਮੈਂ ਹਰਜਿੰਦਰ ਸਿੰਘ ਢਿੱਲੋਂ, ਸਿੰਘੂ ਬਾਰਡਰ, ਦਿੱਲੀ।